ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਿਫਤ ਸਰੀਅਤ ਪੜ੍ਹ ਪੜ੍ਹ ਕਰਹਿ ਵਿਚਾਰ। ਮੁਸਲਮਾਨਾਂ ਵਿੱਚ ਕੁਰਾਨ ਸ਼ਰੀਫ ਆਦਿ ਪੁਸਤਕਾਂ ਪੜ੍ਹ ਕੇ ਸ਼ਰੀਅਤ ਦੀ ਸ਼ਲਾਘਾ ਕੀਤੀ ਜਾਂਦੀ ਹੈ। ਉਹ ਸ਼ਰਹ ਫਿਕਹ ਆਦਿ ਪੁਸਤਕਾਂ ਪੜ੍ਹ ਪੜ੍ਹ ਕੇ ਸ਼ਰ੍ਹਾ ਦੀ ਵਿਚਾਰ ਕਰਦੇ ਰਹਿੰਦੇ ਹਨ। ਸ਼ਰੀਅਤ ਕਹੀਏ ਕਰਮਕਾਂਡ ਦੀਆਂ ਗੱਲਾਂ, ਸ਼ੁੱਕਰਵਾਰ ਨੂੰ ਸੜੇ ਕੇਸੀ ਇਸ਼ਨਾਨ ਕਰਨਾ, ਠੋਡੀ ਤੱਕ ਮੂੰਹ ਧੋਣਾ ਆਦਿ ਪੜ੍ਹ ਪੜ੍ਹ ਕੇ ਸ਼ਰ੍ਹਾ ਦੇ ਨਿਰਣੇ ਕਰਦੇ ਰਹਿੰਦੇ ਹਨ। ਸਤਿਗੁਰੂ ਜੀ ਕਰਮਕਾਂਡਾਂ ਵਿੱਚ ਫਸੇ ਜੀਵਾਂ ਨੂੰ ਉਪਦੇਸ਼ ਦਿੰਦੇ ਹਨ, ਹੇ ਮੁਸਲਮਾਨੋ, ਤੁਸੀਂ ਸ਼ਰ੍ਹਾ ਦੀਆਂ ਸਿਫਤਾਂ ਬਾਬਤ ਪੁਸਤਕਾਂ ਪੜ੍ਹ ਪੜ੍ਹ ਕੇ ਨਿਰਣੇ ਕਰਦੇ ਹੋ। ਸ਼ਰੀਅਤ ਦੇ ਨਾਲ ਤਾਂ ਫਿਰ ਹਕੀਕਤ, ਮਾਰਫਤ, ਤਰੀਕਤ ਵੀ ਹੈ। ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਤਰੀਕਤ ਵਿਰਾਗ ਧਾਰ ਕੇ ਉਪਾਸਨਾ ਕਰਨੀ, ਮਾਰਫਤ ਗਿਆਨ ਕਾਂਡ ਵਿੱਚ ਸਥਿਤ ਹੋਣਾ, ਹਕੀਕਤ ਹਿਰਦੇ ਵਿੱਚ ਅਨੁਭਵ ਪ੍ਰਗਟ ਹੋ ਜਾਣਾ, ਇਹ ਕਿਉਂ ਨਹੀਂ ਕਰਦੇ? ਅੱਗੇ ਫਿਰ ਪ੍ਰਸ਼ਨ ਹੈ, ਸਤਿਗੁਰੂ ਜੀ ਮੁਸਲਮਾਨ ਕੌਣ ਚੰਗੇ ਹਨ? ਸਤਿਗੁਰੂ ਕਿਰਪਾ ਕਰ ਰਹੇ ਹਨ, ਦੱਸ ਰਹੇ ਹਨ, ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਹੇ ਸ਼ੇਖ ਬ੍ਰਹਮ, ਪਰਮੇਸ਼ਰ ਦੇ ਦੀਦਾਰ ਦਰਸ਼ਨ ਦੇਖਣ ਵਾਸਤੇ ਜਿਹੜੇ ਭਗਤੀ ਰੂਪ ਬੰਦੀ ਖਾਨੇ ਵਿੱਚ ਪੈਂਦੇ ਹਨ, ਉਹ ਮੁਸਲਮਾਨ ਚੰਗੇ ਬੰਦੇ ਹਨ, ਚੰਗੇ ਪੁਰਖ ਹਨ। ਬੰਦੀ ਅੰਦਰ ਸਿਫਤ ਕਰਾਏ, ਤਾ ਕਉ ਕਹੀਐ ਬੰਦਾ। ਸੋ ਬੰਦੀ ਅੰਦਰ ਵਿਰਲੇ ਬੰਦੇ। ਭਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਮੇ ਵਿੱਚ ਕਥਨ ਕੀਤਾ ਹੈ। ਉਹ ਕਹਿੰਦੇ ਹਨ, ਰੋਜ਼ ਸਭ ਦਰ ਬੰਦਗੀ ਬਾਸੰਦ ਸ਼ਾਦ, ਬੰਦਗੀ ਉਹ ਜਾਦ ਜਾਦ। ਜਿਹੜਾ ਵਾਹਿਗੁਰੂ ਸਭ ਦਾ ਸਾਰਿਆਂ ਵਿੱਚ ਬਾਸੰਦ ਨਿਵਾਸ ਕਰਨ ਵਾਲਾ ਹੈ, ਉਸ ਦੀ ਹਰ ਰੋਜ਼ ਬੰਦਗੀ ਕਰਨ ਸ਼ਾਦ ਹੁੰਦਾ, ਆਨੰਦ ਪ੍ਰਾਪਤ ਹੁੰਦਾ ਹੈ। ਇਸ ਲਈ ਉਹ ਨਾਮ ਉਸ ਵਾਹਿਗੁਰੂ ਨੂੰ ਬੰਦਗੀ ਭਗਤੀ ਦੁਆਰਾ ਯਾਦ ਚੇਤੇ ਕਰੋ, ਉਸ ਪਰਮੇਸ਼ਰ ਨੂੰ ਬੰਦਗੀ ਦੁਆਰਾ ਚੇਤੇ ਕਰੋ। ਫਿਰ ਭਾਈ ਨੰਦ ਲਾਲ ਜੀ ਕਹਿੰਦੇ ਹਨ, ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ। ਸੋ ਜਾਵੇਦ ਨਿਤ ਰਹਿਣ ਵਾਲੀ, ਦੌਲਤੇ ਰੋਕੜੀ ਸਾਰਿਆਂ ਵਿੱਚ ਨਿਵਾਸ ਕਰਨ ਵਾਲੇ ਪਰਮੇਸ਼ਰ ਦੀ ਬੰਦਗੀ ਹੈ। ਇਸ ਲਈ ਇਹ ਜੀਵ ਤੂੰ ਬੰਦਗੀ ਕੁਨ ਭਾਵ ਕਰ ਬੰਦਗੀ, ਕੁਨ ਭਾਵ ਕਰ, ਕਿਉਂਕਿ ਇਹ ਬੰਦਗੀ ਹੀ ਜੀਵ ਨੂੰ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਫਿਰ ਕਹਿੰਦੇ ਹਨ, ਜਾਦ ਊ ਸਰਮਾ ਆਏ ਈਮਾ ਬਵਦ, ਹਰ ਗਦਾ ਅਜ ਜਾਦ ਊ ਸੁਲਤਾਂ ਬਵਦ। ਉਹ ਨਾਮ ਉਸ ਵਾਹਿਗੁਰੂ ਨੂੰ ਭਗਤੀ ਦੁਆਰਾ ਯਾਦ ਚੇਤੇ ਕਰਨਾ ਹੀ ਈਮਾ ਭਾਵ ਧਰਮ ਦੀ, ਸਰਮਾ ਆਏ ਪੂੰਜੀ ਬਵਦ ਹੁੰਦੀ ਹੈ। ਉਹ ਨਾਮ ਉਸ ਪਰਮੇਸ਼ਰ ਨੂੰ ਯਾਦ ਚੇਤੇ ਕਰਨ ਵਾਲਾ, ਹਰ ਭਾਵ ਹਰੇਕ ਗਦਾ ਗਰੀਬ, ਅੱਜ ਤੋਂ ਭਾਵ ਤੋਂ ਸੁਲਤਾ ਤੋਂ ਭਾਵ ਪਾਤਸ਼ਾਹ ਬਵੱਧ ਹੋ ਜਾਂਦਾ ਹੈ। ਫਿਰ ਚੌਥੀ ਇਸ ਪੰਕਤੀ ਵਿੱਚ ਕਹਿੰਦੇ ਹਨ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਗਰ ਬਜ਼ੁਰਗੀ ਬਾਇਦ ਤੋ ਕੁਨ ਬੰਦਗੀ, ਵਰਨਹਿ ਅਖਰ ਮੈਂ ਕਸ਼ੀ ਸਰਮਿੰਦਗੀ। ਭਾਈ ਨੰਦ ਲਾਲ ਜੀ ਕਹਿੰਦੇ, ਹੈ ਜੀਵ, ਜੇ ਤੂੰ ਬਜ਼ੁਰਗੀ, ਗਰ ਨਾਮ ਜੇ ਦਾ ਹੈ, ਜੇ ਤੂੰ ਬਜ਼ੁਰਗੀ ਸ਼ੋਭਾ ਬਾਇਦ ਚਾਹੁੰਦਾ ਹੈ ਤਾਂ ਬੰਦਗੀ ਕੁਨ ਭਾਵ ਕਰ, ਵਰਨੈ ਨਹੀਂ ਤਾਂ ਆਖਰ ਅਖੀਰ ਨੂੰ ਜਮਾਂ ਦੀ ਖਿੱਚ ਕਰਕੇ ਸ਼ਰਮਿੰਦਾ ਹੋਵੇਗਾ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ, ਤੀਰਥ ਨਾਵਹਿ ਅਰਚਾ ਪੂਜਾ, ਅਗਰ ਵਾਸ ਬਹਿਕਾਰ। ਹਾਂ, ਹਿੰਦੂ ਲੋਕ ਕਹਿੰਦੇ ਹਨ ਕਿ ਸਾਡਾ ਮਤ ਚੰਗਾ ਹੈ। ਇਉਂ ਸਲਾਹੁਣ ਯੋਗ ਹੋ ਕੇ ਆਪਣੀ ਸਿਫਤ ਕਰਦੇ ਹਨ ਅਤੇ ਅਣਗਿਣਤ ਬਹੁਤ ਦੇਵੀ ਦੇਵਤਿਆਂ ਦੀਆਂ ਮੂਰਤਾਂ ਬਣਾ ਬਣਾ ਕੇ ਆਕਾਰਾਂ ਦੇ ਦਰਸ਼ਨ ਦੀਦਾਰਾਂ ਦੇ ਚਾਹਵਾਨ, ਤੀਰਥਾਂ ਦੇ ਨਾਵੈ ਇਸ਼ਨਾਨ ਵੀ ਕਰਦੇ ਹਨ। ਅਰਚਾ ਨਾਮ ਚੰਦਨ ਛਿੜਕਦੇ ਹਨ, ਪੂਜਾ ਕਰਦੇ ਹਨ ਅਤੇ ਅਗਰ ਨਾਮ ਸੁਗੰਧੀ ਵਾਲੀਆਂ ਲੱਕੜਾਂ ਦੀ ਵਾਸ ਵਾਸ਼ਨਾ ਨੂੰ ਬਹਿਕਾਰ ਨਾਮ ਮਹਿਕਾਉਂਦੇ ਹਨ।
ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜੋਗੀ ਭਾਵ ਜਿਤਨੇ ਜੋਗੀ ਹਨ ਉਹ ਸੁਨ ਅਫੁਰ ਸਮਾਧੀ ਦਸਵੇਂ ਦੁਆਰ ਵਿੱਚ ਹੋ ਕਰਕੇ ਪਰਮੇਸ਼ਰ ਨੂੰ ਅਲਖ ਹੋ ਨਾਮ ਕਰਕੇ ਧਿਆਉਂਦੇ ਹਨ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉਸ ਪਰਮੇਸ਼ਰ ਦੇ ਨਾਮ ਨੂੰ ਅੰਗੁਸ਼ਟ ਅੰਗੂਠੇ ਦੇ ਆਕਾਰ ਵਾਲੀ ਸੂਖਮ ਬਾਰੀਕ ਮੂਰਤ ਸੂਰਤ ਮੰਨਦੇ ਆ। ਬੋਹੜ ਦੀ ਗੋਲ ਕੋ ਜਿੱਡਾ ਸੂਖਮ ਸੂਰਤ ਨੂੰ ਮੰਨਦੇ ਹਨ ਅਤੇ ਪਰਮੇਸ਼ਰ ਨੂੰ ਆਪਣੀ ਕਾਇਆ ਦੇਹ ਦਾ ਹੀ ਆਕਾਰ ਸਮਝਦੇ ਆ। ਸਤਿਆ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ। ਇੱਕ ਇਹੋ ਜਿਹੇ ਸਤਿਆ ਭਾਵ ਸਤਵਾਦੀ ਪੁਰਖ ਹਨ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਦਾਨ ਦੇ ਕੇ ਸੰਤੋਖ ਸਬਰ ਉਪਜੈ ਪੈਦਾ ਹੋਇਆ ਹੈ। ਇੱਕ ਹਮੇਸ਼ਾ ਦੇਣਾ ਦਾਨ ਦੇਣ ਦੇ ਵਿਚਾਰ ਕਰਦੇ ਰਹਿੰਦੇ ਆ ਕਿ ਇੰਨਾ ਦਾਨ ਕਰ ਦਈਏ ਜਾਂ ਇੰਨਾ ਕਰ ਦਈਏ। ਦੇ ਮੰਗਹਿ ਸਹਸਾ ਗੁਣਾ ਸੋਭ ਕਰੇ ਸੰਸਾਰ। ਹਾਂ, ਇੱਕ ਇਹੋ ਜਿਹੇ ਦਾਨੀ ਹਨ ਜੋ ਦਾਨ ਦੇ ਕੇ ਪਰਮੇਸ਼ਰ ਤੋਂ 1000 ਗੁਣਾ ਮੰਗਦੇ ਆ। ਇੱਕ ਇਹੋ ਜਿਹੇ ਦਾਨੀ ਲੋਕ ਆ ਜੋ ਚਾਹੁੰਦੇ ਹਨ ਸੰਸਾਰ ਜਗਤ ਸਾਡੀ ਵਡਿਆਈ ਕਰੇ। ਇਹੋ ਜਿਹੇ ਬੇਅੰਤ ਪ੍ਰਕਾਰ ਦੇ ਦਾਨੀ ਲੋਕ ਹਨ। ਫਿਰ ਅੱਗੇ ਪ੍ਰਸ਼ਨ ਹੈ ਸਤਿਗੁਰੂ ਜੀ, ਅਧਰਮ ਵਿੱਚ ਪ੍ਰਵਿਰਤ ਭਾਵ ਬੇਮੁਖ ਮਨੁੱਖ ਕੈਸੇ ਹੁੰਦੇ ਆ? ਸਤਿਗੁਰੂ ਕਿਰਪਾ ਕਰਕੇ ਫਰਮਾਉਂਦੇ ਹਨ, ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ। ਮਨਮੁਖ ਲੋਕ ਚੋਰਾ ਚੋਰੀ ਕਰਨ ਵਾਲੇ, ਜਾਰਾ ਮੰਦ ਕਰਮੀ, ਵਿਭਚਾਰੀ, ਪਰਾਏ ਘਰਾਂ ਨੂੰ ਬੁਰਾ ਤੱਕਣ ਵਾਲੇ, ਤੈ ਨਾ ਮਤੇ ਕੁੜਿਆਰਾ ਝੂਠ ਬੋਲਣ ਵਾਲੇ ਜਾਂ ਝੂਠੀਆਂ ਗਵਾਹੀਆਂ ਦੇਣ ਵਾਲੇ, ਖਾਰਾਬਾ ਖਰਾਬੀਆਂ ਕਰਨ ਵਾਲੇ, ਵੇਕਾਰ ਬਿਕਾਰੀ ਭਾਵ ਭੈੜੇ ਕੰਮ ਕਰਨ ਵਾਲੇ ਹੁੰਦੇ ਆ। ਇੱਕ ਹੋਦਾ ਖਾਏ ਚੱਲੈ ਐ ਥਾਊ ਤਿਨਾ ਪੇਕਾਈ ਕਾਰ। ਇਕਨਾਂ ਦੇ ਪਿਛਲੇ ਜਨਮਾਂ ਦੇ ਪੁੰਨ ਕੀਤੇ ਹੁੰਦੇ ਆ ਜੋ ਐ ਥਾਊ ਇਸ ਲੋਕ ਭਾਵ ਇਸ ਥਾਂ ਵਿੱਚ ਹੀ ਖਾ ਕੇ ਭਾਵ ਭੋਗ ਕੇ ਨਰਕਾਂ ਨੂੰ ਚਲੇ ਜਾਂਦੇ ਆ। ਅਤੇ ਭੇ ਬਹੁੜੋ ਤਿਨਾ ਉਹਨਾਂ ਦੀ ਅੱਗੇ ਵਾਸਤੇ ਕੋਈ ਕੀ ਕਾਰ ਕਮਾਈ ਹੋਣੀ ਹੈ ਭਾਵ ਅੱਗੇ ਵਾਸਤੇ ਕੋਈ ਪੁੰਨ ਦਾਨ ਨਹੀਂ ਕਰਦੇ। ਇਸ ਕਰਕੇ ਜਲ ਥਲ ਜੀਆ ਪੁਰੀਆ ਲੋਆ ਆਕਾਰਾ ਆਕਾਰ। ਜਲ ਪਾਣੀ ਵਿੱਚ ਰਹਿਣ ਵਾਲੇ, ਥਲ ਖੁਸ਼ਕ ਥਾਵਾਂ ਵਿੱਚ ਰਹਿਣ ਵਾਲੇ ਜੀਵ ਅਤੇ ਸ਼ਿਵਪੁਰੀ ਬਿਸ਼ਨਪੁਰੀ ਆਦਿ ਪੁਰੀਆਂ ਵਿੱਚ ਰਹਿਣ ਵਾਲੇ ਅਤੇ ਭੂਰ ਗਹਿਰ ਆਦਿ ਲੋਕਾਂ ਵਿੱਚ ਰਹਿਣ ਵਾਲੇ ਜੀਵ ਅਨੇਕਾਂ ਤਰ੍ਹਾਂ ਦੀਆਂ ਸੂਰਤਾਂ ਆਕਾਰ ਸ਼ਕਲਾਂ ਵਾਲੇ ਹਨ। ਜਿਵੇਂ ਮਾਤਾ ਦੇ ਗਰਭ ਵਿੱਚ ਬੱਚਿਆਂ ਦੇ ਆਕਾਰ ਸਰੂਪ ਹੁੰਦੇ ਆ, ਇਉਂ ਆਕਾਰਾਂ ਵਿੱਚ ਆਕਾਰ, ਜਾਂ ਜਿਵੇਂ ਜੀਵ ਦੇ ਖੂਨ ਵਿੱਚ ਸੂਖਮ ਜੀਵ ਹੁੰਦੇ ਆ, ਇਉਂ ਆਕਾਰਾਂ ਵਿੱਚ ਆਕਾਰ ਹਨ। ਓਏ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਸਾਰ। ਓਏ ਤੋਂ ਭਾਵ ਉਹ ਜੋ ਕੁਝ ਆਖਦੇ ਹਨ ਉਹ ਪਰਮੇਸ਼ਰ ਤੁਸੀਂ ਆਪ ਹੀ ਜਾਣਦੇ ਹੋ, ਅਤੇ ਤਿਨਾ ਉਹਨਾਂ ਨੂੰ ਭੇ ਭਾਵ ਵੀ ਤੁਹਾਡੀ ਹੀ ਸਾਰ ਸੰਭਾਲ ਹੈ। ਉਹਨਾਂ ਨੂੰ ਸਾਰ ਸੰਭਾਲਦਾ ਵੀ ਤੂੰ ਆਪ ਹੈ, ਕਿਉਂਕਿ ਅਕਿਰਤ ਕਣਾਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਨਾਨਕ ਭਗਤਾ ਭੁਖ ਸਾਲਾਹਣ ਸੱਚ ਨਾਮ ਆਧਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਸ਼ੇਖ ਬ੍ਰਹਮ, ਸਾਰਿਆਂ ਭੇਖਾਂ ਆਦਿ ਨਾਲੋਂ ਤਾਂ ਪਰਮੇਸ਼ਰ ਦੇ ਭਗਤ ਚੰਗੇ ਹਨ। ਜਿਨ੍ਹਾਂ ਭਗਤਾਂ ਨੂੰ ਕੇਵਲ ਪਰਮੇਸ਼ਰ ਦੇ ਸਲਾਹੁਣ ਦੀ ਹੀ ਭੁੱਖ ਇੱਛਾ ਲੱਗੀ ਰਹਿੰਦੀ ਆ ਅਤੇ ਸੱਚੇ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੇ ਹਿਰਦੇ ਅੰਦਰ ਆਧਾਰ ਆਸਰਾ ਹੁੰਦਾ। ਹੇ ਪਰਮੇਸ਼ਰ, ਤੁਹਾਡੇ ਭਗਤਾਂ ਨੂੰ ਕੇਵਲ ਤੈਨੂੰ ਸਲਾਹੁਣੇ ਦੀ ਭੁੱਖ ਲੱਗੀ ਰਹਿੰਦੀ ਆ ਅਤੇ ਤੇਰਾ ਨਾਮ ਹੀ ਉਹਨਾਂ ਦੇ ਹਿਰਦੇ ਅੰਦਰ ਆਸਰਾ ਹੈ। ਸਦਾ ਆਨੰਦ ਰਹਿ ਹੈ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਉਹ ਹਮੇਸ਼ਾ ਰਾਤ ਦਿਨੇ ਆਨੰਦ ਦੇ ਸਹਿਤ ਰਹਿੰਦੇ ਹਨ। ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਗਿਆ ਹੈ, ਜਿਸ ਕਰਕੇ ਹਮੇਸ਼ਾ ਹੀ ਆਨੰਦ ਦੇ ਸਹਿਤ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਗੁਣਵੰਤਿਆ ਗੁਣਵਾਨਾਂ ਦੇ ਪਾਪ ਆਪ ਚਰਨਾਂ ਦੀ
ਛਾਰ ਨਾਮ ਧੂੜ ਸਮਝਦੇ ਆ। ਮਹੱਲਾ ਪਹਿਲਾ। ਸ਼ੇਖ ਬ੍ਰਹਮ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਇਸਲਾਮ ਮਤ ਵਿੱਚ ਮੰਨਿਆ ਗਿਆ ਹੈ ਕਿ ਜਿਹੜੇ ਹਿੰਦੂ ਹਨ ਉਹ ਸਾਰੇ ਅੱਗ ਵਿੱਚ ਸੜ ਜਾਂਦੇ ਤੇ ਫਿਰ ਦੁਬਾਰਾ ਦੋਜ਼ਖ ਦੀ ਅੱਗ ਵਿੱਚ ਸਾੜੇ ਜਾਂਦੇ। ਮੁਸਲਮਾਨ ਧਰਤੀ ਵਿੱਚ ਦੱਬੇ ਜਾਂਦੇ। ਉਹਨਾਂ ਦੇ ਸਰੀਰ ਨੂੰ ਨਾ ਸਾੜਨ ਕਰਕੇ ਦੋਜ਼ਖ ਵਿੱਚ ਵੀ ਦੁਬਾਰਾ ਨਹੀਂ ਸਾੜਿਆ ਜਾਂਦਾ। ਉੱਥੇ ਮੁਸਲਮਾਨ ਬਖਸ਼ੇ ਜਾਂਦੇ ਹਨ। ਆਪ ਜੀ ਦੱਸੋ ਇਹ ਦੋਵੇਂ ਗੱਲਾਂ ਠੀਕ ਹਨ ਜਾਂ ਗਲਤ? ਤਾਂ ਸੁਣ ਕੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਸ਼ੇਖ ਬ੍ਰਹਮ, ਜੇ ਤੇਰੇ ਅੰਦਰ ਇਹ ਖਿਆਲ ਹੈ ਕਿ ਮੁਸਲਮਾਨ ਸੜਦੇ ਨਹੀਂ ਤਾਂ ਤੈਨੂੰ ਸੜਦੇ ਸਿੱਧ ਕਰਕੇ ਦੱਸਦੇ ਹਾਂ। ਪਾਤਸ਼ਾਹ ਫਰਮਾਉਂਦੇ ਹਨ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਹੇ ਸ਼ੇਖ ਬ੍ਰਹਮ, ਮੁਸਲਮਾਨ ਦੀ ਜੋ ਕਬਰਾਂ ਦੀ ਮਿੱਟੀ ਹੈ ਉਹ ਵੀ ਘੁਮਿਆਰਾਂ ਦੇ ਪੇੜੈ ਭਾਵ ਪੱਲੇ ਪਈ ਹੋਈ ਆ, ਕਿਉਂਕਿ ਜਿੱਥੇ ਮੁਸਲਮਾਨਾਂ ਦੇ ਕਬਰਸਤਾਨਾਂ ਵਿੱਚ ਮੁਰਦੇ ਦੱਬੇ ਜਾਂਦੇ ਆ ਉਸ ਅਸਥਾਨ ਦੀ ਮਿੱਟੀ ਸਮਾਂ ਪਾ ਕੇ ਚੀਕਣੀ ਹੋ ਜਾਂਦੀ ਆ ਅਤੇ ਉਸ ਮਿੱਟੀ ਦੇ ਬਰਤਨ ਅਤੇ ਇੱਟਾਂ ਬਹੁਤ ਚੰਗੀਆਂ ਸੋਹਣੀਆਂ ਬਣਦੀਆਂ। ਇਸ ਵਾਸਤੇ ਉਸ ਚੀਕਣੀ ਮਿੱਟੀ ਦੀ ਘੁਮਿਆਰ ਨੂੰ ਲੋੜ ਪੈਂਦੀ ਆ। ਉਹ ਚੀਕਣੀ ਮਿੱਟੀ ਘੁਮਿਆਰ ਉੱਥੋਂ ਪੁੱਟ ਕੇ ਲਿਆਉਂਦੇ ਆ ਅਤੇ ਉਸ ਮਿੱਟੀ ਨੂੰ ਗੁੰਨ ਗੁੰਨ ਕੇ ਪੇੜੇ ਬਣਾਉਂਦੇ ਆ। ਉਹ ਪੇੜੇ ਵਿੱਚ ਮਿੱਟੀ ਮੁਸਲਮਾਨ ਦੀ ਪਈ ਹੁੰਦੀ ਹੈ। ਅਰਥਾਤ ਹੇ ਸ਼ੇਖ ਬ੍ਰਹਮ, ਤੁਹਾਡੇ ਮਤ ਦੀਆਂ ਕਿਤਾਬਾਂ ਵਿੱਚ ਹੀ ਇਹ ਲਿਖਿਆ ਹੈ ਕਿ ਜਿਸ ਵੇਲੇ ਆਦਮੀ ਚੱਲਦਾ ਹੈ ਤਾਂ ਉਸ ਦਾ ਇੱਕ ਪੈਰ ਬਾਦਸ਼ਾਹ ਦੀ ਕਬਰ ਅਤੇ ਦੂਜਾ ਪੈਰ ਵਜ਼ੀਰ ਦੀ ਕਬਰ 'ਤੇ ਟਿਕਦਾ ਹੈ। ਇਤਨੇ ਬਾਦਸ਼ਾਹ ਅਤੇ ਵਜ਼ੀਰ ਹੋ ਚੁੱਕੇ ਆ। ਦੱਸ ਫਿਰ ਕਿਹੜੀ ਜਗ੍ਹਾ ਹੈ ਜਿੱਥੇ ਮੁਸਲਮਾਨ ਨਾ ਦੱਬੇ ਹੋਣ? ਇਹ ਸੁਣ ਕੇ ਸ਼ੇਖ ਬ੍ਰਹਮ ਤੌਬਾ ਤੌਬਾ ਕਰਨ ਲੱਗ ਪਿਆ। ਸੋ ਇੱਥੇ ਨੋਟ ਵਾਲੀ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਇਹ ਉਹ ਤੁਕ ਹੈ ਜਿਸ ਤੁਕ ਦੇ ਰਾਮ ਰਾਏ ਜੀ ਨੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਮਿੱਟੀ ਮੁਸਲਮਾਨ ਕੀ ਦੀ ਥਾਂ 'ਤੇ ਮਿੱਟੀ ਬੇਈਮਾਨ ਕੀ ਕਿਹਾ ਸੀ। ਰਾਮ ਰਾਏ ਜੀ ਨੇ ਭਾਵੇਂ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ, ਉੱਧਰ ਸਤਿਗੁਰੂ ਜੀ ਨੇ ਸੁਨੇਹਾ ਦਿੱਤਾ ਕਿ ਰਾਮ ਰਾਏ, ਤੈਨੂੰ ਇਤਨੀਆਂ ਬਰਕਤਾਂ ਦੇ ਕੇ ਭੇਜਿਆ ਸੀ ਜਿਨ੍ਹਾਂ ਦਾ ਸਦਕਾ ਤੂੰ ਬਾਦਸ਼ਾਹ ਨੂੰ 72 ਮੁੱਖ ਕਰਾਮਾਤਾਂ ਅਤੇ 360 ਛੋਟੀਆਂ ਕਰਾਮਾਤਾਂ ਵਿਖਾਈਆਂ ਅਤੇ ਬਾਦਸ਼ਾਹ ਨੂੰ ਖੁਸ਼ ਕੀਤਾ। ਉੱਥੇ ਸ਼ਕਤੀ ਦੁਆਰਾ ਇਹ ਸਿੱਧ ਕਰ ਸਕਦਾ ਸੀ ਕਿ ਮੁਸਲਮਾਨ ਦੀ ਮਿੱਟੀ ਵੀ ਅੱਗ ਦੁਆਰਾ ਸੜਦੀ ਹੈ। ਜੋ ਸਿੱਖ ਗੁਰਬਾਣੀ ਦਾ ਨਿਰਾਦਰ ਕਰਦਾ ਹੈ ਉਹ ਸਿੱਖ ਨਹੀਂ ਰਹਿੰਦਾ। ਹੁਣ ਤੂੰ ਜਿੱਥੇ ਸਿੱਖੀ ਤੋਂ ਖਾਰਜ ਹੋਇਆ ਹੈ ਉੱਥੇ ਅੱਜ ਅਸੀਂ ਪਿਓ ਅਤੇ ਪੁੱਤਰ ਵਾਲਾ ਨਾਤਾ ਵੀ ਤੋੜਦੇ ਹਾਂ। ਨਾ ਕਦੇ ਆਪਣਾ ਚਿਹਰਾ ਵਿਖਾਉਣਾ, ਨਾ ਹੀ ਕਦੇ ਸਾਡੇ ਦਰਸ਼ਨ ਕਰਨੇ। ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ। ਘੁਮਿਆਰ ਉਸ ਮਿੱਟੀ ਦੇ ਕੁਝ ਭਾਂਡੇ ਬਰਤਨ ਵੀ ਘੜਦੇ ਹਨ, ਕੁਝ ਇੱਟਾਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ। ਫਿਰ ਬਰਤਨ ਅਤੇ ਇੱਟਾਂ ਆਵੇ ਵਿੱਚ ਚਿਣ ਕੇ ਅੱਗ ਲਗਾਉਂਦੇ ਆ। ਤਦੋਂ ਮੁਸਲਮਾਨਾਂ ਦੀ ਮਿੱਟੀ ਸੜਦੀ ਹੋਈ ਪੁਕਾਰਾਂ ਫਰਿਆਦਾਂ ਕਰਦੀ ਹੈ, ਭਾਵ ਕਹਿੰਦੀ ਹੈ, ਹੇ ਜੇ ਮੈਨੂੰ ਪਹਿਲਾਂ ਜਲਾ ਦਿੰਦੇ ਤਾਂ ਫਿਰ ਹੁਣ ਕਿਉਂ ਦੁੱਖ ਸਹਿਣਾ ਪੈਂਦਾ। ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ। ਉਹ ਬੱਪੜੀ ਵਿਚਾਰੀ ਜਲ ਜਲ ਸੜ ਸੜ ਕੇ ਰੋਂਦੀ ਹੈ, ਜੋ ਅੱਗ ਵਿੱਚੋਂ ਝੜ ਝੜ ਕੇ ਅੰਗਿਆਰ ਕੋਲੇ ਦੇ ਭਾਗ ਡਿੱਗਦੇ ਆ, ਮਾਨੋ ਉਸ ਦੇ ਰੋਣ ਦੇ ਅਥਰੂ ਡਿੱਗਦੇ ਆ। ਉਹ ਵੀ ਮੁਸਲਮਾਨ ਦੀ ਮਿੱਟੀ ਹੀ ਡਿੱਗਦੀ ਆ। ਮੁਸਲਮਾਨ ਨੂੰ ਕਬਰ ਵਿੱਚ ਦੱਬਿਆ ਸੀ ਕਿ ਸਾੜਨ ਕਰਕੇ ਨਰਕਾਂ ਨੂੰ ਨਾ ਜਾਵੇ, ਪਰੰਤੂ ਉਸ ਦੇ ਸਾੜਨ ਦਾ ਕਾਰਨ ਵੀ ਪਰਮੇਸ਼ਰ ਵੱਲੋਂ ਬਣਾ ਦਿੱਤਾ ਗਿਆ। ਹੁਣ ਉਹ ਸਵਰਗ ਵਿੱਚ ਰਿਹਾ ਕਿ ਨਰਕ ਨੂੰ ਗਿਆ, ਇਹ ਤਾਂ ਵਾਹਿਗੁਰੂ ਜਾਣਦਾ ਹੈ। ਨਾਨਕ ਜਿਨ ਕਰਤੈ ਕਾਰਣ ਕੀਆ, ਸੋ ਜਾਣੈ ਕਰਤਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਗੱਲ ਨੂੰ ਉਹ ਕਰਤਾਰ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਹੈ, ਜਿਸ ਕਰਤੈ ਭਾਵ ਕਰਤੇ ਪੁਰਖ ਨੇ ਇਹ ਕਾਰਨ ਬਣਾਇਆ, ਸੰਸਾਰ ਪੈਦਾ ਕੀਤਾ ਹੈ। ਪੌੜੀ। ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ। ਸਤਿਗੁਰੂ ਸੱਚੇ ਗੁਰਾਂ ਤੋਂ ਬਗੈਰ ਸਤਿਯੁਗ ਵਿੱਚ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ। ਤ੍ਰੇਤੇ ਦੁਆਪਰ ਅਤੇ ਹੁਣ ਕਲਯੁਗ ਵਿੱਚ ਵੀ
ਸੱਚੇ ਗੁਰਾਂ ਤੋਂ ਬਗੈਰ ਕਿਸੇ ਨੇ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਸਤਿਗੁਰਾਂ ਤੋਂ ਬਗੈਰ ਕਿਸੇ ਨੇ ਗਿਆਨ ਨਹੀਂ ਪਾਇਆ ਤੇ ਨਾ ਹੀ ਕਿਸੇ ਨੇ ਸਤਿਗੁਰਾਂ ਤੋਂ ਬਗੈਰ ਮੁਕਤੀ ਸੱਚ ਸਰੂਪ ਨੂੰ ਪਾਇਆ ਹੈ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਉਸ ਪਰਮੇਸ਼ਰ ਨੇ ਸਤਿਗੁਰਾਂ ਵਿੱਚ ਆਪਣਾ ਗਿਆਨ ਧਿਆਨ ਆਪ ਰੱਖਿਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਉਸ ਗਿਆਨ ਧਿਆਨ ਨੂੰ ਅਸੀਂ ਪ੍ਰਗਟ ਪ੍ਰਤੱਖ ਕਹਿ ਕੇ ਸੁਣਾ ਦਿੱਤਾ ਹੈ। ਵੇਦਾਂ ਸ਼ਾਸਤਰਾਂ ਦੁਆਰਾ ਪ੍ਰਗਟ ਕਰਕੇ ਸੁਣਾ ਦਿੱਤਾ ਹੈ। ਗੁਰਬਾਣੀ ਦੁਆਰਾ ਪ੍ਰਤੱਖ ਕਹਿ ਕੇ ਸੁਣਾ ਦਿੱਤਾ ਹੈ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰਾਂ ਦੇ ਮਿਲਾਪ ਕਰਕੇ ਉਹ ਪੁਰਖ ਹਮੇਸ਼ਾ ਮੁਕਤ ਰੂਪ ਹੁੰਦਾ, ਜਿਸ ਨੇ ਹਿਰਦੇ ਵਿੱਚੋਂ ਅੰਦਰੋਂ ਸੰਬੰਧੀਆਂ ਦਾ ਦੇਹ ਆਦਿ ਦਾ ਮੋਹ ਚੁਕਾ ਦਿੱਤਾ, ਭਾਵ ਨਾਸ ਕਰ ਲਿਆ ਹੈ। ਸਤਿਗੁਰੂ ਜੀ ਦੇ ਨਾਲ ਮਿਲਾਪ ਕਰਕੇ ਉਹ ਪੁਰਖ ਸਦਾ ਮੁਕਤ ਰੂਪ ਹੋਇਆ, ਜਿਸ ਸਿੱਖ ਦੇ ਅੰਦਰੋਂ ਸਤਿਗੁਰਾਂ ਨੇ ਸਰੀਰਾਂ ਦਾ ਮੋਹ ਚੁਕਾ ਦਿੱਤਾ ਹੈ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਓ ਚਿਤ ਲਾਇਆ। ਇਹ ਸਾਰਿਆਂ ਵਿਚਾਰਾਂ ਤੋਂ ਉੱਤਮ ਸ੍ਰੇਸ਼ਟ ਵਿਚਾਰ ਗੁਰਾਂ ਪਾਸੋਂ ਉਸ ਨੂੰ ਪ੍ਰਾਪਤ ਹੁੰਦੀ ਹੈ, ਜਿਸ ਨੇ ਸੱਚੇ ਪਰਮੇਸ਼ਰ ਦੇ ਨਾਲ ਚਿੱਤ ਹਿਰਦੇ ਨੂੰ ਲਾਉਣਾ ਕੀਤਾ ਹੈ। ਜਗ ਜੀਵਨ ਦਾਤਾ ਪਾਇਆ। ਉਸ ਨੇ ਸਾਰੇ ਜਗਤ ਦਾ ਜੀਵਨ ਚੇਤਨ ਸਰੂਪ ਦਾਤਾਂ ਦੇਣ ਵਾਲਾ ਅਕਾਲ ਪੁਰਖ ਪਾ ਲਿਆ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।